ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਨਾਮ ਸੋਨੀਆ ਹੈ। ਮੈਂ ਇੱਕ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੀ ਹਾਂ। ਮੇਰੇ ਸਹੁਰੇ ਘਰ ਇੱਕ ਸਾਂਝਾ ਪਰਿਵਾਰ ਸੀ ਤੇ ਅਸੀਂ ਸਾਰੇ ਇਕੱਠੇ ਰਹਿੰਦੇ ਸੀ। ਮੇਰੀ ਧੀ ਆਪਣੇ ਚਾਚੇ ਨੂੰ ਇੰਨਾ ਪਿਆਰ ਕਰਦੀ ਸੀ ਕਿ ਉਹ ਆਪਣੇ ਚਾਚੇ ਦੇ ਹੱਥ ਨਾਲ ਰਾਤ ਦਾ ਖਾਣਾ ਖਾਂਦੀ ਸੀ। ਜੇ ਮੈਂ ਉਸ ਨੂੰ ਆਪਣੇ ਹੱਥ ਨਾਲ ਖਾਣਾ ਖਵਾਉਣ ਲੱਗਦੀ ਤਾਂ ਉਹ ਰੋਣ ਲੱਗ ਪੈਂਦੀ। ਚਾਚੇ ਭਤੀਜੀ ਦਾ ਇੰਨਾ ਪਿਆਰ ਦੇਖ ਕੇ ਮੈਂ ਬਹੁਤ ਖੁਸ਼ ਹੁੰਦੀ। ਪਰ ਹੈਰਾਨੀ ਦੀ ਗੱਲ ਇਹ ਸੀ ਕਿ ਜਦੋਂ ਵੀ ਮੈਂ ਆਪਣੇ ਦਿਓਰ ਦੇ ਰਿਸ਼ਤੇ ਦੀ ਗੱਲ ਕਰਦੀ ਤਾਂ ਮੇਰੀ ਧੀ ਰਿਸ਼ਤੇ ਵਿੱਚ ਕੋਈ ਨਾ ਕੋਈ ਨੁਕਸ ਕੱਢਦੀ ਤੇ ਇਨਕਾਰ ਕਰ ਦਿੰਦੀ। ਇੱਕ ਦਿਨ ਹਨੇਰੇ ਹੋਣ ਤੋਂ ਬਾਅਦ ਮੈਂ ਆਪਣੇ ਦਿਓਰ ਦੇ ਕੱਪੜੇ ਪਾ ਕੇ ਆਪਣੀ ਧੀ ਦੇ ਕਮਰੇ ਵਿੱਚ ਚਲੀ ਗਈ। ਮੈਨੂੰ ਉਸ ਦੇ ਕਮਰੇ ਵਿੱਚ ਆਈ ਨੂੰ ਅਜੇ 5 ਮਿੰਟ ਹੀ ਹੋਏ ਸਨ ਕਿ ਜਦੋਂ ਮੇਰੀ ਬੇਟੀ ਨੇ ਅਜਿਹੀ ਗੱਲ ਕਹੀ ਕਿ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮਾਪੇ ਅਕਸਰ ਅਣਜਾਣ ਰਹਿੰਦੇ ਹਨ ਤੇ ਉਹਨਾਂ ਦੇ ਬੱਚੇ ਉਹ ਕੰਮ ਕਰਨ ਲੱਗ ਪੈਂਦੇ ਹਨ ਜਿਨ੍ਹਾਂ ਬਾਰੇ ਮਾਪਿਆਂ ਨੇ ਕਦੇ ਸੋਚਿਆ ਵੀ ਨਹੀਂ ਹੁੰਦਾ। ਮੇਰੇ ਪਤੀ ਬਹੁਤ ਜਲਦੀ ਇਸ ਸੰਸਾਰ ਤੋਂ ਚਲੇ ਗਏ। ਰੱਬ ਦੀ ਮਿਹਰ ਨਾਲ ਮੈਂ ਇੱਕ ਸੁੰਦਰ ਧੀ ਨੂੰ ਜਨਮ ਦਿੱਤਾ। ਮੇਰੇ ਸਹੁਰੇ ਘਰ ਵਿੱਚ ਮੇਰਾ ਇੱਕ ਦਿਓਰ ਵੀ ਸੀ ਜੋ ਮੇਰੇ ਪਤੀ ਤੋਂ ਛੋਟਾ ਸੀ। ਇੱਕ ਬੱਚਾ ਹੋਣ ਤੋਂ ਬਾਅਦ ਮੇਰੇ ਕੋਈ ਔਲਾਦ ਨਹੀਂ ਹੋਈ ਤੇ ਮੇਰੇ ਵਿਆਹ ਦੇ 6 ਸਾਲ ਬਾਅਦ ਮੇਰੇ ਪਤੀ ਦੀ ਮੌਤ ਹੋ ਗਈ। ਮੇਰੇ ਪਤੀ ਦਾ ਇੱਕ ਭਰਾ ਸੀ। ਮੇਰਾ ਦਿਓਰ ਅਜੇ ਜੋ ਮੈਨੂੰ ਹਮੇਸ਼ਾ ਆਪਣੀ ਮਾਂ ਵਾਂਗ ਸਮਝਦਾ ਸੀ ਕਿਉਂਕਿ ਮੇਰੇ ਪਤੀ ਦੇ ਮਾਤਾ-ਪਿਤਾ ਇਸ ਦੁਨੀਆ ਵਿੱਚ ਨਹੀਂ ਸਨ। ਵਿਆਹ ਤੋਂ ਬਾਅਦ ਮੈਂ ਆਪਣੇ ਦਿਓਰ ਦੀ ਬਹੁਤ ਇੱਜ਼ਤ ਤੇ ਖਿਆਲ ਰੱਖਦੀ। ਪਹਿਲਾਂ ਅਸੀਂ ਇੱਕ ਪਿੰਡ ਵਿੱਚ ਰਹਿੰਦੇ ਸੀ ਤੇ ਆਂਢ ਗੁਆਂਢ ਦੇ ਲੋਕ ਸਾਨੂੰ ਬਹੁਤ ਤੰਗ ਕਰਦੇ ਸਨ। ਅਸੀਂ ਗਰੀਬ ਲੋਕ ਸੀ, ਇਸ ਲਈ ਆਪਣਾ ਇਲਾਕਾ ਇਸ ਤਰ੍ਹਾਂ ਨਹੀਂ ਛੱਡ ਸਕਦੇ ਸੀ। ਮੈਂ ਇੱਕ ਵਿਧਵਾ ਸੀ, ਇਸ ਲਈ ਲੋਕਾਂ ਨੇ ਮੈਨੂੰ ਤਾਨੇ ਮਾਰਨ ਵਿੱਚ ਕੋਈ ਕਸਰ ਨਾ ਛੱਡੀ। ਦਰਅਸਲ ਇੱਕ ਵਾਰ ਮੇਰੇ ਗੁਆਂਢ ਵਿੱਚ ਰਹਿਣ ਵਾਲੀ ਔਰਤ ਨੇ ਮੇਰੇ ਉੱਤੇ ਆਪਣੇ ਪਤੀ ਨਾਲ ਅਫੇਅਰ ਹੋਣ ਦਾ ਦੋਸ਼ ਲਗਾਇਆ ਸੀ। ਮੈਂ ਬਹੁਤ ਸੋਹਣੀ ਸੀ, ਇਸ ਕਾਰਨ ਉਹ ਮੇਰੇ ਤੇ ਮੱਚਦੀ ਰਹਿੰਦੀ ਸੀ। ਮੇਰੇ ਨੇੜੇ ਦੇ ਘਰਾਂ ਦੇ ਗਵਾਂਢੀ ਵੀ ਮੇਰੀ ਬਹੁਤ ਤਾਰੀਫ ਕਰਦੇ ਸਨ ਜੋ ਕਿ ਉਸ ਔਰਤ ਨੂੰ ਬਿਲਕੁਲ ਵੀ ਪਸੰਦ ਨਹੀਂ ਸੀ। ਇਸ ਲਈ ਉਹ ਮੈਨੂੰ ਲੋਕਾਂ ਦੀਆਂ ਨਜ਼ਰਾਂ ਵਿੱਚ ਬੁਰਾ ਬਣਾਉਣ ਲਈ ਕੋਈ ਨਾ ਕੋਈ ਬਹਾਨਾ ਲੱਭਦੀ ਰਹਿੰਦੀ। ਉਸ ਸਮੇਂ ਮੇਰੀ ਧੀ ਬਹੁਤ ਛੋਟੀ ਸੀ ਤੇ ਮੇਰੇ ਪਤੀ ਦੀ ਮੌਤ ਹੋ ਚੁੱਕੀ ਸੀ, ਜਿਸ ਕਾਰਨ ਕੁਝ ਨਹੀਂ ਕਰ ਸਕੀ ਕਿਉਂਕਿ ਮੈਂ ਬਹੁਤ ਬੇਵਸ ਮਹਿਸੂਸ ਕਰ ਰਹੀ ਸੀ। ਉਹ ਮੇਰੇ ਤੋਂ ਹਰ ਤਰ੍ਹਾਂ ਦੇ ਇਲਜ਼ਾਮ ਲਗਾਉਂਦੀ ਸੀ ਜਿਸ ਨੂੰ ਪਿੰਡ ਦੇ ਲੋਕ ਸੁੱਚਾ ਸਮਝਦੇ ਸਨ ਅਤੇ ਮੈਨੂੰ ਚਰਿੱਤਰਹੀਣ ਕਹਿੰਦੇ ਸਨ। ਬਾਅਦ ਵਿੱਚ ਮੇਰੀ ਬੇਟੀ ਦਾ ਨਾਮ ਵੀ ਆਉਣ ਲੱਗਾ। ਜੇ ਉਹ ਇਸ ਤਰ੍ਹਾਂ ਦੀ ਸੀ ਹੈ ਤਾਂ ਉਸਦੀ ਧੀ ਵੀ ਵੱਡੀ ਹੋ ਕੇ ਇਹੋ ਜਿਹੀ ਹੋਵੇਗੀ। ਮੇਰੇ ਪਿੰਡ ਦੇ ਲੋਕਾਂ ਨੇ ਕਿਹਾ ਕਿ ਉਹ ਮੇਰਾ ਵਿਆਹ ਪਿੰਡ ਦੇ ਕਿਸੇ ਗਰੀਬ ਆਦਮੀ ਨਾਲ ਕਰ ਦੇਣਗੇ, ਪਰ ਮੈਂ ਇਹ ਨਹੀਂ ਚਾਹੁੰਦੀ ਸੀ ਕਿਉਂਕਿ ਮੇਰੀ ਧੀ ਬਹੁਤ ਛੋਟੀ ਸੀ। ਮੈਂ ਕੋਈ ਹੋਰ ਆਦਮੀ ਨਹੀਂ ਚਾਹੁੰਦੀ ਸੀ ਜੋ ਮੇਰੀ ਧੀ ਨੂੰ ਸਵੀਕਾਰ ਨਾ ਕਰ ਸਕੇ। ਮੈਂ ਅਜਿਹੇ ਆਦਮੀ ਨਾਲ ਵਿਆਹ ਨਹੀਂ ਕਰ ਸਕਦੀ ਸੀ। ਹੁਣ ਮੈਨੂੰ ਆਪਣੀ ਧੀ ਦੀ ਪਰਵਰਿਸ਼ ਦੀ ਚਿੰਤਾ ਸੀ। ਇਹ ਸਾਰੀਆਂ ਸਮੱਸਿਆਵਾਂ ਮੇਰੇ ਪਤੀ ਦੀ ਮੌਤ ਤੋਂ ਬਾਅਦ ਹੀ ਆਈਆਂ ਸੀ। ਉਸ ਔਰਤ ਨੇ ਮੈਨੂੰ ਬਹੁਤ ਪਰੇਸ਼ਾਨ ਕੀਤਾ ਸੀ। ਮੈਂ ਬਹੁਤ ਪਰੇਸ਼ਾਨ ਸੀ। ਮੈਂ ਆਪਣੇ ਦਿਓਰ ਨਾਲ ਵਿਆਹ ਵੀ ਨਹੀਂ ਕਰ ਸਕਦੀ ਸੀ ਕਿਉਂਕਿ ਉਹ ਮੇਰੇ ਤੋਂ ਬਹੁਤ ਛੋਟਾ ਸੀ। ਮੇਰਾ ਦਿਓਰ ਬਹੁਤ ਹੀ ਸਮਝਦਾਰ ਅਤੇ ਚੰਗਾ ਇਨਸਾਨ ਸੀ ਤੇ ਮੇਰੀ ਬਹੁਤ ਇੱਜ਼ਤ ਕਰਦਾ ਸੀ, ਪਰ ਮੈਂ ਕਿਸੇ ਹੋਰ ਨਾਲ ਵਿਆਹ ਨਹੀਂ ਕਰ ਸਕਦੀ ਸੀ ਕਿਉਂਕਿ ਬਿਮਲਾ ਦੇ ਕਾਰਨ ਇਸ ਪਿੰਡ ਵਿੱਚ ਮੇਰੀ ਬਹੁਤ ਬੇਇੱਜ਼ਤੀ ਹੋ ਗਈ ਸੀ। ਇਸ ਲਈ ਮੈਂ ਇਸ ਪਿੰਡ ਵਿੱਚ ਰਹਿੰਦਿਆਂ ਕਦੇ ਵੀ ਖੁਸ਼ ਨਹੀਂ ਰਹਿ ਸਕਦੀ ਸੀ। ਇੱਕ ਦਿਨ ਗੱਲ ਬਹੁਤ ਵੱਧ ਗਈ। ਬਿਮਲਾ ਨੇ ਪੂਰੇ ਪਿੰਡ ਵਿੱਚ ਕਹਿ ਦਿੱਤਾ ਕਿ ਮੈਂ ਆਪਣੇ ਘਰ ਆਦਮੀਆਂ ਨੂੰ ਮਿਲਣ ਲਈ ਬੁਲਾਉਂਦੀ ਹਾਂ। ਜਦੋਂ ਮੇਰੇ ਦਿਓਰ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਕਹਿਣ ਲੱਗਾ, ਭਾਬੀ ਮੈਨੂੰ ਤੁਹਾਡੇ ਤੇ ਪੂਰਾ ਭਰੋਸਾ। ਅਸੀਂ ਇਹ ਘਰ ਛੱਡ ਕੇ ਕਿਤੇ ਚਲੇ ਜਾਂਦੇ ਹਾਂ। ਇੱਥੇ ਅਸੀਂ ਬਹੁਤ ਬਦਨਾਮ ਹੋ ਗਏ ਹਾਂ। ਫਿਰ ਅਸੀਂ ਰੋਜੀ ਨੂੰ ਵੀ ਸੰਭਾਲਣਾ। ਉਹ ਇੱਕ ਕੁੜੀ ਆ। ਮੈਂ ਨਹੀਂ ਚਾਹੁੰਦਾ ਕਿ ਹੁਣ ਤੋਂ ਹੀ ਕੋਈ ਸਾਡੀ ਰੋਜੀ ਬਾਰੇ ਬੁਰਾ ਭਲਾ ਬੋਲੇ। ਉਹ ਬਚਪਨ ਤੋਂ ਹੀ ਬਦਨਾਮ ਹੋ ਜਾਵੇ। ਬਿਮਲਾ ਬਹੁਤ ਮਾੜੀ ਔਰਤ ਆ। ਇਸ ਨੇ ਤੈਨੂੰ ਸਾਰੇ ਪਿੰਡ ਵਿੱਚ ਬਦਨਾਮ ਕਰ ਦਿੱਤਾ। ਹੁਣ ਸਾਡਾ ਇੱਥੇ ਰਹਿਣਾ ਬਹੁਤ ਔਖਾ ਹੋ ਗਿਆ। ਮੈਂ ਤੁਹਾਡੀ ਮਦਦ ਕਰਨਾ ਚਾਹੁੰਦਾ ਹਾਂ। ਅਸੀਂ ਇਹ ਘਰ ਛੱਡ ਕੇ ਕਿਤੇ ਹੋਰ ਰਹਿਣ ਜਾਵਾਂਗੇ। ਮੈਂ ਆਪਣੇ ਦਿਓਰ ਨੂੰ ਕਿਹਾ, ਪਰ ਇਹ ਤਾਂ ਘਰ ਸਾਡਾ ਆਪਣਾ ਹੈ, ਭਾਵੇਂ ਛੋਟਾ ਹੈ, ਪਰ ਇਸ ਘਰ ਨੂੰ ਛੱਡ ਕੇ ਕਿੱਥੇ ਜਾ ਸਕਦੇ ਹਾਂ। ਮੇਰੇ ਦਿਓਰ ਨੇ ਕਿਹਾ, ਭਾਬੀ ਜੀ ਦੁਨੀਆ ਬਹੁਤ ਵੱਡੀ ਆ। ਅਸੀਂ ਕਿਤੇ ਵੀ ਇੱਜ਼ਤ ਨਾਲ ਰਹਿ ਸਕਦੇ ਹਾਂ, ਪਰ ਇੱਥੇ ਇੱਜ਼ਤ ਨਾਲ ਨਹੀਂ ਰਹਿ ਸਕਦੇ। ਮੇਰੇ ਦਿਓਰ ਨੇ ਕਿਹਾ, ਭਾਬੀ ਮੈਂ ਆਪਣੀ ਭਤੀਜੀ ਨੂੰ ਅਤੇ ਤੁਹਾਨੂੰ ਬਹੁਤ ਪਿਆਰ ਕਰਦਾ। ਹੁਣ ਮੇਰੇ ਲਈ ਦੁਨੀਆ ਵਿੱਚ ਸਿਰਫ ਤੁਸੀਂ ਦੋ ਹੀ ਰਹਿ ਗਏ ਹੋ।
ਹੁਣ ਹਾਲਾਤ ਇਹ ਬਣ ਗਏ ਹਨ ਕਿ ਸਾਡਾ ਇੱਥੇ ਰਹਿਣਾ ਮੁਸ਼ਕਲ ਹੋ ਗਿਆ। ਹਰ ਕੋਈ ਤੁਹਾਨੂੰ ਮੈਲੀਆਂ ਨਜ਼ਰਾਂ ਨਾਲ ਦੇਖਦਾ ਹੈ ਤੇ ਹਰ ਕੋਈ ਮੇਰਾ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਅਪਮਾਨ ਕਰਦਾ ਹੈ। ਆਖਰ ਅਸੀਂ ਇਸ ਤਰ੍ਹਾਂ ਕਦੋਂ ਤੱਕ ਜੀ ਸਕਦੇ ਹਾਂ? ਬਿਮਲਾ ਨੇ ਮੈਨੂੰ ਪੂਰੇ ਪਿੰਡ ਵਿੱਚ ਚਰਿੱਤਰਹੀਣ ਸਾਬਤ ਕਰ ਦਿੱਤਾ ਸੀ। ਇੱਥੋਂ ਤੱਕ ਵੀ ਕਹਿ ਦਿੱਤਾ ਸੀ ਕਿ ਇਸ ਘਰ ਵਿੱਚ ਰਹਿੰਦਿਆਂ ਮੈਂ ਆਪਣੇ ਦਿਓਰ 'ਤੇ ਵੀ ਨਜ਼ਰ ਰੱਖਦੀ ਹਾਂ ਅਤੇ ਗੈਰ ਮਰਦਾਂ ਨਾਲ ਸੰਬੰਧ ਬਣਾਉਣ ਦੇ ਚੱਕਰ ਵਿੱਚ ਮੈਂ ਆਪਣੇ ਪਤੀ ਨੂੰ ਵੀ ਮਾਰ ਦਿੱਤਾ। ਮੇਰਾ ਆਪਣੇ ਪਤੀ ਨਾਲ ਪ੍ਰੇਮ ਵਿਆਹ ਸੀ। ਮੇਰਾ ਪਤੀ ਮੈਨੂੰ ਸ਼ਹਿਰ ਤੋਂ ਭਜਾ ਕੇ ਆਪਣੇ ਪਿੰਡ ਲੈ ਆਇਆ ਸੀ। ਮੇਰੀ ਸੁੰਦਰਤਾ ਅਤੇ ਮੇਰੇ ਪ੍ਰੇਮ ਵਿਆਹ ਨੇ ਮੈਨੂੰ ਅਪਮਾਨ ਅਤੇ ਬਦਨਾਮੀ ਤੋਂ ਇਲਾਵਾ ਕੁਝ ਨਹੀਂ ਦਿੱਤਾ। ਮੈਂ ਸੋਚਿਆ ਸੀ ਕਿ ਵਿਆਹ ਤੋਂ ਬਾਅਦ ਜਦੋਂ ਮੈਂ ਆਪਣੇ ਪਤੀ ਦੇ ਘਰ ਜਾਵਾਂਗੀ ਤਾਂ ਮੈਂ ਸ਼ਾਂਤੀ ਨਾਲ ਜੀਵਨ ਬਤੀਤ ਕਰ ਸਕਾਂਗੀ, ਪਰ ਮੈਨੂੰ ਨਹੀਂ ਪਤਾ ਸੀ ਕਿ ਇੱਥੇ ਆਉਣ ਨਾਲ ਮੇਰੀ ਸ਼ਾਂਤੀ ਖਤਮ ਹੋਣ ਵਾਲੀ ਆ। ਬਿਮਲਾ ਵਰਗੀ ਔਰਤ ਮੇਰੀ ਜ਼ਿੰਦਗੀ 'ਚ ਖਲਨਾਇਕ ਦੀ ਭੂਮਿਕਾ ਨਿਭਾਵੇਗੀ। ਮੈਂ ਡਿਪਰੈਸ਼ਨ ਦਾ ਸ਼ਿਕਾਰ ਹੋ ਗਈ। ਮੈਂ ਆਪਣੀ ਬੇਟੀ 'ਤੇ ਬਹੁਤ ਸਖਤ ਹੋਣਾ ਸ਼ੁਰੂ ਕਰ ਦਿੱਤਾ। ਜਦੋਂ ਉਹ 4 ਸਾਲ ਦੀ ਸੀ, ਹੁਣ ਮੇਰੀ ਧੀ 20 ਸਾਲ ਦੀ ਆ ਤੇ ਮੇਰਾ ਦਿਓਰ 35 ਸਾਲ ਦਾ ਹੋ ਗਿਆ। ਅਸੀਂ ਉਹ ਪਿੰਡ ਛੱਡ ਕੇ ਰਾਤ ਦੇ ਹਨੇਰੇ ਵਿੱਚ ਸ਼ਹਿਰ ਆ ਗਏ। ਮੇਰਾ ਪੇਕਾ ਘਰ ਸ਼ਹਿਰ ਵਿੱਚ ਹੀ ਸੀ। ਮੈਂ ਆਪਣੇ ਮਾਪਿਆਂ ਦੀ ਸਭ ਤੋਂ ਛੋਟੀ ਅਤੇ ਸਭ ਤੋਂ ਪਿਆਰੀ ਧੀ ਸੀ। ਮੇਰਾ ਪਤੀ ਕੰਮ ਕਰਨ ਲਈ ਪਿੰਡ ਤੋਂ ਸ਼ਹਿਰ ਆਉਂਦਾ ਸੀ। ਉਦੋਂ ਹੀ ਮੇਰਾ ਉਸ ਨਾਲ ਅਫੇਅਰ ਹੋ ਗਿਆ। ਮੈਂ ਇੱਕ ਪੜ੍ਹੀ ਲਿਖੀ ਕੁੜੀ ਸੀ ਤੇ ਚੰਗੀ ਤਰ੍ਹਾਂ ਜਾਣਦੀ ਸੀ ਕਿ ਮੇਰੇ ਮਾਪੇ ਕਦੇ ਵੀ ਆਪਣੀ ਪੜ੍ਹੀ ਲਿਖੀ ਧੀ ਦਾ ਵਿਆਹ ਪਿੰਡ ਦੇ ਗਵਾਰ ਨਾਲ ਨਹੀਂ ਕਰਨਗੇ। ਮੈਂ ਆਪਣੇ ਪਤੀ ਨੂੰ ਬਹੁਤ ਪਿਆਰ ਕਰਦੀ ਸੀ। ਮੈਂ ਉਸ ਦੇ ਪੜ੍ਹੇ ਲਿਖੇ ਨਾ ਹੋਣ ਬਾਰੇ ਕਦੇ ਕੁਝ ਨਹੀਂ ਸੋਚਿਆ ਕਿਉਂਕਿ ਉਹ ਮੈਨੂੰ ਬਹੁਤ ਖੁਸ਼ ਰੱਖਦਾ ਸੀ। ਇਸ ਲਈ ਮੈਂ ਉਸ ਦੇ ਪਿਆਰ ਵਿੱਚ ਅੰਨੀ ਹੋ ਕੇ ਆਪਣੇ ਮਾਤਾ ਪਿਤਾ ਦਾ ਘਰ ਛੱਡ ਕੇ ਪਿੰਡ ਵਿੱਚ ਰਹਿਣ ਲੱਗ ਪਈ। ਕਿਉਂਕਿ ਮੇਰੇ ਪਤੀ ਦੇ ਕੋਈ ਮਾਪੇ ਨਹੀਂ ਸਨ, ਸਿਰਫ ਇੱਕ ਛੋਟਾ ਭਰਾ ਸੀ। ਇਸੇ ਕਰਕੇ ਵਿਆਹ ਤੋਂ ਬਾਅਦ ਮੈਨੂੰ ਸਹੁਰੇ ਘਰ ਵਿੱਚ ਕੋਈ ਮੁਸ਼ਕਲ ਨਹੀਂ ਆਈ। ਜਦੋਂ ਮੇਰਾ ਵਿਆਹ ਹੋਇਆ ਤਾਂ ਮੇਰਾ ਦਿਓਰ 9 ਸਾਲ ਦਾ ਸੀ ਤੇ ਹੁਣ ਜਦੋਂ ਅਸੀਂ ਸ਼ਹਿਰ ਵਿੱਚ ਆਏ ਹਾਂ ਤਾਂ ਸਾਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਮੇਰੇ ਦਿਓਰ ਨੇ ਕਿਰਾਏ 'ਤੇ ਮਕਾਨ ਲਿਆ। ਮੈਂ ਆਪਣੇ ਗਹਿਣੇ ਵੀ ਵੇਚ ਦਿੱਤੇ ਜੋ ਮੇਰੇ ਪਤੀ ਨੇ ਮੇਰੇ ਲਈ ਬਣਾਏ ਸਨ। ਇਸ ਤਰ੍ਹਾਂ ਹੀ ਅਸੀਂ ਆਪਣਾ ਗੁਜ਼ਾਰਾ ਚਲਾਉਂਦੇ ਸੀ। ਹੌਲੀ ਹੌਲੀ ਮੇਰੇ ਦਿਓਰ ਨੂੰ ਸ਼ਹਿਰ ਵਿੱਚ ਚੰਗਾ ਕੰਮ ਮਿਲ ਗਿਆ। ਸਾਡੇ ਹਾਲਾਤ ਸੁਧਰਦੇ ਗਏ। ਹੁਣ ਮੇਰੀ ਧੀ ਜਵਾਨ ਹੋ ਗਈ। ਅਸੀਂ ਕਿਰਾਏ ਦੇ ਇੱਕ ਛੋਟੇ ਜਿਹੇ ਮਕਾਨ ਵਿੱਚ ਰਹਿੰਦੇ ਹਾਂ। ਮੇਰੀ ਧੀ ਸਿਲਾਈ ਵਿੱਚ ਬਹੁਤ ਚੰਗੀ ਆ। ਉਸਨੇ ਘਰ ਵਿੱਚ ਇੱਕ ਸੈਂਟਰ ਖੋਲ੍ਹਿਆ ਹੋਇਆ। ਮੇਰਾ ਦਿਓਰ ਲੋਕਾਂ ਦੇ ਘਰਾਂ ਨੂੰ ਪੇਂਟ ਕਰਦਾ। ਅਸੀਂ ਬਹੁਤ ਸਧਾਰਨ ਲੋਕ ਹਾਂ ਤੇ ਸ਼ਹਿਰ ਆ ਕੇ ਸਾਡਾ ਗੁਜ਼ਾਰਾ ਆਰਾਮ ਨਾਲ ਚੱਲ ਰਿਹਾ। ਪੁਰਾਣੇ ਦਿਨਾਂ ਨੂੰ ਯਾਦ ਕਰਕੇ ਮੈਨੂੰ ਅਕਸਰ ਬੇਚੈਨੀ ਮਹਿਸੂਸ ਹੁੰਦੀ ਆ, ਪਰ ਫਿਰ ਮੈਂ ਆਪਣੇ ਆਪ ਨੂੰ ਹੌਸਲਾ ਦਿੰਦੀ ਆ। ਮੇਰੇ ਦਿਓਰ ਨੇ ਮੇਰਾ ਬਹੁਤ ਸਾਥ ਦਿੱਤਾ ਅਤੇ ਉਹ ਵੀ ਮੇਰੀ ਧੀ ਨੂੰ ਬਹੁਤ ਪਿਆਰ ਕਰਦਾ। ਬਚਪਨ ਤੋਂ ਹੀ ਮੇਰੀ ਬੇਟੀ ਨੇ ਆਪਣੇ ਚਾਚੇ ਤੋਂ ਇਲਾਵਾ ਹੋਰ ਕਿਸੇ ਨੂੰ ਨਹੀਂ ਦੇਖਿਆ ਸੀ। ਜਦੋਂ ਵੀ ਮੈਂ ਚਾਚੇ ਭਤੀਜੀ ਦਾ ਪਿਆਰ ਦੇਖਦੀ ਤਾਂ ਮੇਰਾ ਮਨ ਖੁਸ਼ ਹੋ ਜਾਂਦਾ। ਇੰਨੇ ਸਾਲਾਂ ਤੋਂ ਅਸੀਂ ਇਕੱਲੇ ਹੀ ਰਹੇ ਸੀ। ਸ਼ਹਿਰ ਆਉਣ ਤੋਂ ਬਾਅਦ ਮੈਂ ਨਾ ਤਾਂ ਆਪਣੇ ਗੁਆਂਢੀਆਂ ਨਾਲ ਜ਼ਿਆਦਾ ਗੱਲਬਾਤ ਕੀਤੀ ਤੇ ਨਾ ਹੀ ਮੈਂ ਆਪਣੀ ਧੀ ਨੂੰ ਜ਼ਿਆਦਾ ਬਾਹਰ ਜਾਣ ਦਿੱਤਾ। ਹੁਣ ਉਹ ਸਿਰਫ ਆਪਣੇ ਕਾਲਜ ਲਈ ਜਾਂ ਕਿਸੇ ਜ਼ਰੂਰੀ ਕੰਮ ਲਈ ਬਾਹਰ ਜਾਂਦੀ ਸੀ। ਕੁੜੀਆਂ ਸਿਲਾਈ ਸਿੱਖਣ ਲਈ ਘਰ ਆਉਂਦੀਆਂ ਸਨ। ਮੈਂ ਆਪਣੀ ਧੀ ਨੂੰ ਬਹੁਤ ਸਮਝਾਇਆ ਕਿ ਇਹ ਦੁਨੀਆ ਬਹੁਤ ਮਾੜੀ ਆ। ਇੱਥੇ ਪਿਆਰ ਦੇ ਨਾਮ 'ਤੇ ਧੋਖਾ ਮਿਲਦਾ ਹੈ। ਮੇਰਾ ਦਿਓਰ ਹਮੇਸ਼ਾ ਆਪਣੀ ਭਤੀਜੀ ਨੂੰ ਬਹੁਤ ਪਿਆਰ ਕਰਦਾ। ਮੇਰੇ ਦਿਓਰ ਦਾ ਕੱਦ ਅਤੇ ਸਿਹਤ ਇੰਨੀ ਚੰਗੀ ਸੀ ਕਿ ਇੰਨੀ ਉਮਰ ਦੇ ਬਾਵਜੂਦ ਉਹ ਨੌਜਵਾਨ ਦਿਖਾਈ ਲੱਗਦਾ ਸੀ। ਜਦੋਂ ਵੀ ਮੈਂ ਆਪਣੇ ਦਿਓਰ ਨੂੰ ਵਿਆਹ ਕਰਨ ਲਈ ਕਹਿੰਦੀ ਤਾਂ ਉਹ ਵਿਆਹ ਕਰਨ ਤੋਂ ਇਨਕਾਰ ਕਰ ਦਿੰਦਾ। ਉਹ ਕਹਿੰਦਾ ਸੀ ਕਿ ਪਹਿਲਾਂ ਮੈਂ ਆਪਣੀ ਭਤੀਜੀ ਦਾ ਵਿਆਹ ਕਰਾਂਗਾ, ਫਿਰ ਆਪਣਾ ਵਿਆਹ ਕਰਾਂਗਾ। ਮੈਂ ਉਸ ਨੂੰ ਕਹਿੰਦੀ ਸੀ, ਨਵੀਨ, ਉਦੋਂ ਤੱਕ ਤੂੰ ਬੁੱਢਾ ਹੋ ਜਾਵੇਂਗਾ। ਪਰ ਉਹ ਕਹਿੰਦਾ, ਮੈਨੂੰ ਆਪਣੀ ਉਮਰ ਦੀ ਪਰਵਾਹ ਨਹੀਂ। ਮੈਂ ਆਪਣੇ ਦਿਓਰ ਵੱਲੋਂ ਹਮੇਸ਼ਾ ਬੇਪਰਵਾਹ ਰਹਿੰਦੀ ਸੀ। ਪਰ ਫਿਰ ਕੁਝ ਅਜਿਹਾ ਹੋਣ ਲੱਗਾ, ਇੰਨਾ ਅਜੀਬ ਕਿ ਮੈਂ ਹੈਰਾਨ ਅਤੇ ਚਿੰਤਾ ਮਹਿਸੂਸ ਕਰਨ ਲੱਗੀ। ਮੇਰੀ ਧੀ ਹਮੇਸ਼ਾ ਮੇਰੇ ਹੱਥੋਂ ਖਾਣਾ ਖਾਂਦੀ ਸੀ, ਪਰ ਕੁਝ ਦਿਨਾਂ ਤੋਂ ਉਹ ਜ਼ਿੱਦ ਕਰ ਰਹੀ ਸੀ ਕਿ ਜੇ ਉਹ ਰੋਟੀ ਖਾਵੇਗੀ ਤਾਂ ਚਾਚੇ ਦੇ ਹੱਥ ਦੀ ਖਾਵੇਗੀ। ਮੈਂ ਆਪਣੀ ਧੀ ਨੂੰ ਸਮਝਾਇਆ ਕਿ ਤੇਰਾ ਚਾਚਾ ਸੌਂ ਗਿਆ, ਉਹਨੇ ਸਵੇਰੇ ਕੰਮ 'ਤੇ ਵੀ ਜਾਣਾ ਹੁੰਦਾ, ਜਿਸ ਕਰਕੇ ਉਹ ਜਲਦੀ ਉੱਠਦਾ। ਤੂੰ ਖਾਣਾ ਖਾ ਅਤੇ ਸੌਂ ਜਾ। ਪਰ ਉਸਨੇ ਕਿਹਾ ਕਿ ਤੁਸੀਂ ਮੇਰੇ ਚਾਚੇ ਨੂੰ ਬੁਲਾਓ, ਮੈਂ ਆਪਣੇ ਚਾਚੇ ਦੇ ਹੱਥੋਂ ਹੀ ਖਾਣਾ ਖਾਵਾਂਗੀ।
ਮੈਨੂੰ ਉਸ ਦੀਆਂ ਗੱਲਾਂ 'ਤੇ ਗੁੱਸਾ ਆ ਗਿਆ। ਮੈਂ ਉਸ ਨੂੰ ਪੁੱਛਿਆ, ਇਹ ਕੀ ਆ? ਤੂੰ ਛੋਟੇ ਬੱਚਿਆਂ ਵਾਂਗ ਜਿੱਦੀ ਕਿਉਂ ਹੋ ਗਈ ਆਂ? ਕੁਝ ਹੀ ਦੇਰ ਵਿੱਚ ਮੇਰੀ ਉੱਚੀ ਆਵਾਜ਼ ਸੁਣ ਕੇ ਮੇਰਾ ਦਿਓਰ ਵੀ ਮੇਰੀ ਬੇਟੀ ਦੇ ਕਮਰੇ 'ਚ ਆ ਗਿਆ। ਸ਼ਾਇਦ ਮੇਰੀ ਉੱਚੀ ਆਵਾਜ਼ ਨੇ ਉਸ ਨੂੰ ਜਗਾ ਦਿੱਤਾ ਸੀ। ਉਸ ਨੇ ਕਿਹਾ, ਭਾਬੀ ਤੁਸੀਂ ਰੌਲਾ ਕਿਉਂ ਪਾ ਰਹੇ ਹੋ? ਮੈਂ ਉਸ ਨੂੰ ਕਿਹਾ ਕਿ ਉਹ ਜਿੱਦ ਕਰ ਰਹੀ ਆ, ਉਸਨੇ ਤੇਰੇ ਹੱਥ ਤੋਂ ਹੀ ਖਾਣਾ ਖਾਣਾ। ਮੇਰੀ ਇਹ ਗੱਲ ਸੁਣ ਕੇ ਨਵੀਨ ਹੱਸਣ ਲੱਗ ਪਿਆ ਤੇ ਬੋਲਿਆ, ਇਹ ਇੰਨੀ ਸਧਾਰਨ ਗੱਲ ਆ, ਕੋਈ ਗੱਲ ਨਹੀਂ, ਮੈਂ ਰੋਜੀ ਨੂੰ ਆਪਣੇ ਹੱਥ ਨਾਲ ਖਾਣਾ ਖਵਾਵਾਂਗਾ। ਰੋਜੀ ਨੇ ਨਵੀਨ ਦੇ ਹੱਥ ਦਾ ਖਾਣਾ ਖਾ ਲਿਆ ਤੇ ਨਵੀਨ ਕਰੀਬ 1 ਘੰਟੇ ਤੱਕ ਰੋਜੀ ਦੇ ਕਮਰੇ ਵਿੱਚ ਬੈਠਾ ਰਿਹਾ। ਰਾਤ ਦੇ 11 ਵੱਜ ਚੁੱਕੇ ਸੀ। ਮੈਂ ਕਿਹਾ, ਤੁਸੀਂ ਉਸ ਨੂੰ ਖਾਣਾ ਖਵਾਉਂਦੇ ਖਵਾਉਂਦੇ ਪੂਰਾ 1 ਘੰਟਾ ਲਗਾ ਦਿੱਤਾ। ਤੂੰ ਸਵੇਰੇ ਜਲਦੀ ਜਾਗਣਾ। ਜੇ ਤੂੰ ਇੰਨੀ ਦੇਰ ਤੱਕ ਜਾਗਦਾ ਰਿਹਾ ਤਾਂ ਤੇਰੀ ਸਵੇਰੇ ਅੱਖ ਕਿਵੇਂ ਖੁੱਲ੍ਹੇਗੀ? ਤਾਂ ਉਹ ਕਹਿਣ ਲੱਗਾ, ਭਾਬੀ ਅਸੀਂ ਚਾਚਾ ਭਤੀਜੀ ਗੱਲਾਂ ਕਰ ਰਹੇ ਸੀ, ਬਸ ਗੱਲਾਂ ਕਰਨ ਵਿੱਚ ਕੁਝ ਸਮਾਂ ਲੱਗ ਗਿਆ। ਮੈਂ ਨਵੀਨ ਨੂੰ ਕਿਹਾ, ਗੱਲਾਂ ਵਿੱਚ ਸਮਾਂ ਬਰਬਾਦ ਨਾ ਕਰਿਆ ਕਰ, ਜਲਦੀ ਸੌਂ ਜਿਆ ਕਰ। ਮੈਂ ਬਹੁਤ ਹੈਰਾਨ ਹੋਈ ਕਿ ਅਚਾਨਕ ਰੋਜੀ ਇੰਨੀ ਜਿੱਦ ਕਿਉਂ ਕਰਨ ਲੱਗੀ ਸੀ। ਉਸਨੇ ਆਪਣੇ ਚਾਚੇ ਦੇ ਹੱਥੋਂ ਹੀ ਖਾਣਾ ਖਾਣਾ ਸੀ। ਫਿਲਹਾਲ ਇਹ ਮਾਮਲਾ ਕਈ ਦਿਨ ਇਸੇ ਤਰ੍ਹਾਂ ਚੱਲਦਾ ਰਿਹਾ ਤੇ ਹੁਣ ਇੱਕ ਦਿਨ ਦੀ ਗੱਲ ਸੀ ਕਿ ਰੋਜੀ ਰੋਜ਼ਾਨਾ ਇਹੀ ਕੰਮ ਕਰਨ ਲੱਗ ਪਈ। ਉਹ ਆਪਣੇ ਚਾਚੇ ਤੇ ਹੱਥ ਤੋਂ ਖਾਣਾ ਖਾਵੇਗੀ ਤੇ ਨਵੀਨ ਉਸ ਨੂੰ ਖਾਣੇ ਦੇ ਬਹਾਨੇ 2-3 ਘੰਟੇ ਤੋਂ ਪਹਿਲਾਂ ਉਸ ਕਮਰੇ ਤੋਂ ਬਾਹਰ ਨਹੀਂ ਆਉਂਦਾ ਸੀ। ਮੈਂ ਸੋਚਿਆ ਕਿ ਸ਼ਾਇਦ ਦੋਵੇਂ ਇਕੱਠੇ ਟੀਵੀ ਦੇਖਦੇ ਹੋਣਗੇ ਜਿਸ ਵਿੱਚ ਉਹ ਰੁੱਝੇ ਰਹਿੰਦੇ ਹੋਣਗੇ, ਪਰ ਜਦੋਂ ਮੈਂ ਇੱਕ ਦਿਨ ਜਾ ਕੇ ਦੇਖਿਆ ਤਾਂ ਕੁਝ ਅਜਿਹਾ ਨਹੀਂ ਸੀ। ਉਹ ਦੋਵੇਂ ਕਮਰੇ ਵਿੱਚ ਬੈਠ ਕੇ ਗੱਲਾਂ ਕਰ ਰਹੇ ਸੀ। ਇੱਕ ਦਿਨ 2.5 ਘੰਟੇ ਤੋਂ ਵੱਧ ਸਮਾਂ ਬੀਤ ਗਿਆ ਤੇ ਮੈਨੂੰ ਗੁੱਸਾ ਆ ਰਿਹਾ ਸੀ ਕਿ ਇਹ ਵੀ ਗੱਲ ਕਰਨ ਦਾ ਕੋਈ ਸਮਾਂ। ਆਖਰ ਰਾਤ ਦੇ 2 ਵਜੇ ਕੌਣ ਇੰਨੀਆਂ ਗੱਲਾਂ ਕਰਦਾ? ਜਿਵੇਂ ਹੀ ਮੈਂ ਦਰਵਾਜ਼ਾ ਖੜਕਾਉਣ ਦੀ ਕੋਸ਼ਿਸ਼ ਕੀਤੀ ਤਾਂ ਮੈਂ ਇਹ ਦੇਖ ਕੇ ਹੈਰਾਨ ਰਹਿ ਗਈ ਕਿ ਦਰਵਾਜ਼ਾ ਅੰਦਰੋਂ ਬੰਦ ਸੀ। ਮੈਂ ਜ਼ੋਰ ਨਾਲ ਦਰਵਾਜ਼ਾ ਖੜਕਾਉਣ ਲੱਗੀ, ਦਰਵਾਜ਼ਾ ਖੁੱਲ੍ਹ ਗਿਆ। ਇਸ ਵਿੱਚ 10 ਮਿੰਟ ਲੱਗ ਗਏ। ਮੈਂ ਕਿਹਾ ਕਿ ਇਹ ਦਰਵਾਜ਼ਾ ਅੰਦਰੋਂ ਕਿਉਂ ਬੰਦ ਕੀਤਾ ਅਤੇ ਫਿਰ ਮੈਂ ਕਿੰਨੀ ਦੇਰ ਤੱਕ ਦਰਵਾਜ਼ੇ ਨੂੰ ਖੜਕਾ ਰਹੀ ਹਾਂ ਕਿ ਦਰਵਾਜ਼ਾ ਖੋਲ੍ਹਣ ਲਈ ਇੰਨਾ ਸਮਾਂ ਲੱਗਦਾ। ਤੁਸੀਂ ਦੋਵੇਂ ਦਰਵਾਜ਼ਾ ਬੰਦ ਕਰਕੇ ਅੰਦਰ ਕੀ ਕਰ ਰਹੇ ਹੋ? ਕੀ ਇਹ ਵੀ ਕੋਈ ਤਰੀਕਾ ਹੈ? ਨਵੀਨ ਨੇ ਕਿਹਾ, ਭਾਬੀ ਸ਼ਾਇਦ ਦਰਵਾਜ਼ਾ ਗਲਤੀ ਨਾਲ ਬੰਦ ਹੋ ਗਿਆ ਤੇ ਅਸੀਂ ਦੋਵੇਂ ਟੀਵੀ ਦੇਖ ਰਹੇ ਸੀ, ਇਸ ਲਈ ਸਾਨੂੰ ਆਵਾਜ਼ ਸੁਣਾਈ ਨਹੀਂ ਦਿੱਤੀ। ਮੈਂ ਕਿਹਾ, ਤੁਸੀਂ ਰਾਤ ਦੇ 2 ਵਜੇ ਟੀਵੀ ਦੇਖਦੇ ਰਹੋਗੇ ਤਾਂ ਇਹ ਵੀ ਟੀਵੀ ਦੇਖਣ ਦਾ ਸਮਾਂ। ਇਸ ਤੋਂ ਇਲਾਵਾ ਤੁਸੀਂ ਕਿਸੇ VIP ਘਰ ਵਿੱਚ ਨਹੀਂ ਰਹਿੰਦੇ ਜਿੱਥੇ ਆਟੋਮੈਟਿਕ ਤਾਲੇ ਲੱਗੇ ਹੋਣਗੇ। ਇਹ ਘਰ ਕੋਈ ਆਟੋਮੈਟਿਕ ਦਰਵਾਜ਼ਾ ਨਹੀਂ ਆ ਜਿਸ ਦੀ ਕੁੰਡੀ ਆਪਣੇ ਆਪ ਲੌਕ ਹੋ ਜਾਵੇਗੀ। ਮੈਂ ਆਪਣੇ ਦਿਓਰ ਨੂੰ ਕਿਹਾ ਕਿ ਤੂੰ ਆਪਣੇ ਕਮਰੇ ਵਿੱਚ ਜਾ ਕੇ ਸੌਂ ਜਾ ਅਤੇ ਭਵਿੱਖ ਵਿੱਚ ਅਜਿਹੀ ਗਲਤੀ ਨਾ ਕਰੀ। ਮੈਂ ਆਪਣੀ ਧੀ ਨੂੰ ਵੀ ਝਿੜਕਿਆ। ਮੇਰੀ ਧੀ ਆਪਣੀ ਪੜ੍ਹਾਈ ਪੂਰੀ ਕਰਨ ਵਾਲੀ ਸੀ, ਹੁਣ ਉਹ ਵਿਆਹ ਵਾਲੀ ਉਮਰ ਦੀ ਸੀ। ਮੈਂ ਨਹੀਂ ਚਾਹੁੰਦੀ ਸੀ ਕਿ ਉਹ ਕਿਸੇ ਗਲਤ ਕੰਮ ਵਿੱਚ ਫਸੇ ਤੇ ਇਸ ਲਈ ਮੈਂ ਜਲਦੀ ਤੋਂ ਜਲਦੀ ਉਸ ਦਾ ਵਿਆਹ ਕਰਨਾ ਚਾਹੁੰਦੀ ਸੀ। ਜਦ ਕਿ ਮੇਰਾ ਵਿਆਹ ਵੀ ਛੋਟੀ ਉਮਰ ਵਿੱਚ ਹੋਇਆ ਸੀ। ਮੈਂ ਇੱਕ ਰਿਸ਼ਤੇ ਵਾਲੀ ਨੂੰ ਦੱਸਿਆ ਤੇ ਉਹ ਮੇਰੀ ਧੀ ਲਈ ਵਧੀਆ ਰਿਸ਼ਤਾ ਲੈ ਕੇ ਆਈ। ਮੁੰਡੇ ਦੀ ਮਾਂ ਨੂੰ ਵੀ ਨਾਲ ਲੈ ਕੇ ਆਈ। ਮੁੰਡੇ ਦੀ ਮਾਂ ਨੇ ਮੇਰੀ ਧੀ ਨੂੰ ਦੇਖਿਆ ਤੇ 2-3 ਸਵਾਲ ਪੁੱਛੇ। ਇਸ ਤੋਂ ਬਾਅਦ ਮੈਂ ਆਪਣੀ ਧੀ ਨੂੰ ਕਮਰੇ ਵਿੱਚ ਭੇਜ ਦਿੱਤਾ। ਮੇਰਾ ਦਿਓਰ ਕੰਮ ਤੇ ਗਿਆ ਹੋਇਆ ਸੀ, ਪਰ ਪਤਾ ਨਹੀਂ ਕਿਵੇਂ ਉਹ ਕੰਮ ਛੱਡ ਕੇ ਘਰ ਆ ਗਿਆ ਤੇ ਘਰ ਆਉਂਦਿਆਂ ਹੀ ਉਸਨੇ ਲੜਕੇ ਵਾਲਿਆਂ ਨਾਲ ਬਦਤਮੀਜ਼ੀ ਕਰਨੀ ਸ਼ੁਰੂ ਕਰ ਦਿੱਤੀ। ਉਸਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਇਹ ਲੜਕੀ ਚੰਗੀ ਨਹੀਂ ਆ, ਨਾ ਹੀ ਉਸਨੇ ਤੁਹਾਡੇ ਲਈ ਨਾਸ਼ਤਾ ਬਣਾਇਆ, ਇਹ ਸਾਰਾ ਨਾਸ਼ਤਾ ਬਾਜ਼ਾਰ ਤੋਂ ਆਇਆ, ਇਸ ਨੂੰ ਕੁਝ ਨਹੀਂ ਆਉਂਦਾ ਤੇ ਉਹ ਲੜਕੀ ਪੂਰੀ ਤਰ੍ਹਾਂ ਅਨਪੜ੍ਹ ਆ। ਅਤੇ ਉਸਨੇ ਕਿਹਾ ਕਿ ਇਹ ਲੜਕੀ ਹਰ ਕਿਸੇ ਨਾਲ ਲੜਦੀ ਰਹਿੰਦੀ ਆ। ਉਹ ਔਰਤ ਮੇਰੇ ਦਿਓਰ ਵੱਲ ਬੜੀ ਹੈਰਾਨੀ ਨਾਲ ਦੇਖ ਰਹੀ ਸੀ ਤੇ ਬਾਰ-ਬਾਰ ਮੇਰੇ ਵੱਲ ਵੇਖ ਰਹੀ ਸੀ। ਮੈਂ ਬਹੁਤ ਪਰੇਸ਼ਾਨ ਸੀ ਅਤੇ ਸੋਚ ਰਹੀ ਸੀ ਕਿ ਨਵੀਨ ਕਿਸ ਤਰ੍ਹਾਂ ਦਾ ਡਰਾਮਾ ਰਚ ਰਿਹਾ। ਉਹ ਜੋ ਕਹਿ ਰਿਹਾ ਇਸ ਵਿੱਚ ਕੋਈ ਸੱਚਾਈ ਨਹੀਂ ਸੀ। ਉਸ ਨੂੰ ਵੀ ਇਹ ਪਤਾ ਸੀ ਉਹ ਝੂਠ ਬੋਲ ਰਿਹਾ। ਪਤਾ ਨਹੀਂ ਉਸ ਲੜਕੇ ਵਾਲਿਆਂ ਨਾਲ ਝੂਠ ਕਿਉਂ ਬੋਲ ਰਿਹਾ ਸੀ। ਮੇਰੀ ਧੀ ਨੇ ਕਿਸੇ ਨਾਲ ਕਦੇ ਕੋਈ ਲੜਾਈ ਨਹੀਂ ਕੀਤੀ ਸੀ। ਮੈਨੂੰ ਨਵੀਨ ਤੋਂ ਅਜਿਹੀ ਉਮੀਦ ਬਿਲਕੁਲ ਨਹੀਂ ਸੀ। ਪਤਾ ਨਹੀਂ ਇਸ ਮੁੰਡੇ ਨੂੰ ਕੀ ਹੋ ਗਿਆ। ਮੈਂ ਆਪ ਵੀ ਇਹ ਦੇਖ ਕੇ ਹੈਰਾਨ ਰਹਿ ਗਈ ਕਿ ਇਹ ਕੋਈ ਨਸ਼ਾ ਕਰਕੇ ਤਾਂ ਨਹੀਂ ਆਇਆ। ਤਾਂ ਲੜਕੇ ਦੀ ਮਾਂ ਕਹਿਣ ਲੱਗੀ, ਸਾਨੂੰ ਅਜਿਹੀ ਬਦਤਮੀਜ਼ ਕੁੜੀ ਨਾਲ ਰਿਸ਼ਤਾ ਨਹੀਂ ਕਰਨਾ। ਅਤੇ ਉਹ ਬਹੁਤ ਸਾਰੀਆਂ ਚੰਗੀਆਂ ਮਾੜੀਆਂ ਗੱਲਾਂ ਕਹਿ ਕੇ ਸਾਡੇ ਘਰੋਂ ਚਲੀ ਗਈ। ਜਿਵੇਂ ਹੀ ਉਹ ਚਲੀ ਗਈ, ਉਹਨਾਂ ਦੇ ਜਾਣ ਤੋਂ ਬਾਅਦ ਜਦੋਂ ਮੈਂ ਨਵੀਨ ਨੂੰ ਪੁੱਛਿਆ ਕਿ ਉਸਨੇ ਇਹ ਸਭ ਕਿਉਂ ਕੀਤਾ
ਤਾਂ ਨਵੀਨ ਨੇ ਕਿਹਾ, ਭਾਬੀ ਤੁਸੀਂ ਇਹਨਾਂ ਲੋਕਾਂ ਦੇ ਚਿਹਰੇ ਦੇਖੇ ਹਨ? ਇਹ ਲੋਕ ਬਿਲਕੁਲ ਵੀ ਚੰਗੇ ਸੁਭਾਅ ਵਾਲੇ ਨਹੀਂ ਹਨ। ਮੈਂ ਆਪਣੀ ਇਕਲੌਤੀ ਭਤੀਜੀ ਦਾ ਵਿਆਹ ਇਹਨਾਂ ਲੋਕਾਂ ਦੇ ਘਰ ਨਹੀਂ ਕਰਾਂਗਾ। ਮੈਨੂੰ ਉਹ ਮੁੰਡਾ ਬਿਲਕੁਲ ਵੀ ਪਸੰਦ ਨਹੀਂ। ਤੁਸੀਂ ਦੇਖਿਆ ਕਿ ਸਾਡੀ ਰੋਜੀ ਕਿੰਨੀ ਸੋਹਣੀ ਜਿੱਤੇ ਜਵਾਨ ਆ, ਜਦਕਿ ਉਸ ਦਾ ਪੁੱਤਰ ਇੰਨੀ ਵੱਡੀ ਉਮਰ ਦਾ ਲੱਗ ਰਿਹਾ ਸੀ। ਮੈਨੂੰ ਇਹ ਲੜਕਾ ਬਿਲਕੁਲ ਪਸੰਦ ਨਹੀਂ। ਇਸ ਲਈ ਮੈਂ ਅਜਿਹਾ ਕਿਹਾ। ਮੈਂ ਨਵੀਨ ਨੂੰ ਕਿਹਾ, ਪਾਗਲ ਮੁੰਡਾ, ਤੂੰ ਮੈਨੂੰ ਵੀ ਇੱਕ ਵਾਰ ਪੁੱਛ ਸਕਦਾ ਸੀ, ਤੈਨੂੰ ਅਜਿਹਾ ਡਰਾਮਾ ਰਚਣ ਦੀ ਕੀ ਲੋੜ ਸੀ? ਤੂੰ ਉਹਨਾਂ ਲੋਕਾਂ ਨੂੰ ਮਾੜਾ ਕਿਉਂ ਬੋਲਿਆ? ਸਗੋਂ ਉਹਨਾਂ ਦੇ ਸਾਹਮਣੇ ਆਪਣੀ ਹੀ ਭਤੀਜੀ ਦੀ ਬੇਇੱਜ਼ਤੀ ਵੀ ਕਰ ਦਿੱਤੀ। ਹੁਣ ਦੇਖ, ਜੇ ਇਹ ਲੋਕ ਕਿਤੇ ਹੋਰ ਜਾ ਕੇ ਸਾਡੀ ਧੀ ਬਾਰੇ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਤਾਂ ਸਾਡੇ ਘਰ ਰਿਸ਼ਤੇ ਨਹੀਂ ਆਉਣਗੇ। ਨਵੀਨ ਕਹਿਣ ਲੱਗਾ ਕਿ ਅਜਿਹਾ ਕੁਝ ਨਹੀਂ ਹੋਵੇਗਾ ਭਾਬੀ, ਜਿਵੇਂ ਤੁਸੀਂ ਸੋਚ ਰਹੇ ਹੋ। ਮੈਂ ਅਜਿਹਾ ਇਸ ਲਈ ਕੀਤਾ ਹੈ ਕਿ ਜੋ ਅਜਿਹੇ ਮਾੜੇ ਲੋਕ ਦੁਬਾਰਾ ਸਾਡੇ ਘਰ ਰਿਸ਼ਤਾ ਲੈ ਕੇ ਨਾ ਆਉਣ। ਅਤੇ ਤੁਸੀਂ ਉਹਨਾਂ ਲੋਕਾਂ ਨੂੰ ਇੰਨਾ ਪਸੰਦ ਕਰ ਰਹੇ ਸੀ, ਬਸ ਉਹਨਾਂ ਦੇ ਘਰ ਅਤੇ ਜਾਇਦਾਦ ਦੇਖ ਕੇ ਸਾਡੀ ਰੋਜੀ ਨੂੰ ਉਹਨਾਂ ਦੇ ਘਰ ਤੋਰਨਾ ਚਾਹੁੰਦੇ ਸੀ। ਮੈਨੂੰ ਨਵੀਨ ਦੀਆਂ ਇਹ ਹਰਕਤਾਂ 'ਤੇ ਬਹੁਤ ਗੁੱਸਾ ਆਇਆ, ਪਰ ਹੁਣ ਜੋ ਕੁਝ ਹੋ ਰਿਹਾ ਸੀ, ਇਸ ਤੋਂ ਬਾਅਦ ਉਹਨਾਂ ਲੋਕਾਂ ਦਾ ਦੁਬਾਰਾ ਗੱਲ ਕਰਨ ਦਾ ਤਾਂ ਕੋਈ ਇਰਾਦਾ ਨਹੀਂ ਸੀ। ਮੈਂ ਕਹਿੰਦੀ ਕਿ ਮੇਰਾ ਦਿਓਰ ਮਜ਼ਾਕ ਕਰ ਰਿਹਾ, ਫਿਰ ਵੀ ਉਹ ਮੇਰੀ ਗੱਲ ਨਹੀਂ ਸੁਣਦੇ। ਸ਼ਾਮ ਨੂੰ ਨਵੀਨ ਅਤੇ ਰੋਜੀ ਵਿਹੜੇ ਵਿੱਚ ਬੈਠੇ ਸਮੋਸੇ ਖਾ ਰਹੇ ਸੀ ਤੇ ਖੁੱਲ੍ਹ ਕੇ ਹੱਸ ਰਹੇ ਸੀ, ਜਦ ਕਿ ਮੈਂ ਬਹੁਤ ਖਰਾਬ ਮੂਡ ਵਿੱਚ ਸੀ। ਮੈਨੂੰ ਨਹੀਂ ਪਤਾ ਸੀ ਕਿ ਉਹ ਕਿਸ ਗੱਲ ਤੋਂ ਖੁਸ਼ ਹਨ। ਇੱਕ ਦਿਨ ਮੈਂ ਆਪਣੀ ਧੀ ਦਾ ਕਮਰਾ ਸਾਫ਼ ਕਰ ਰਹੀ ਸੀ ਤੇ ਉਹ ਆਪਣੇ ਕਾਲਜ ਦੀ ਪ੍ਰੀਖਿਆ ਦੇਣ ਗਈ ਸੀ ਤਾਂ ਉਸਦਾ ਮੋਬਾਈਲ ਘਰ ਵਿੱਚ ਹੀ ਰਹਿ ਗਿਆ। ਮੋਬਾਈਲ 'ਤੇ ਕਿਸੇ ਦਾ ਕਾਲ ਆਉਣਾ ਸ਼ੁਰੂ ਹੋ ਗਿਆ। ਜਦੋਂ ਮੈਂ ਕਾਲ ਚੁੱਕੀ ਤਾਂ ਰੋਜੀ ਦੀ ਕਾਲਜ ਦੀ ਸਹੇਲੀ ਬੋਲ ਰਹੀ ਸੀ। ਉਹ ਕਹਿਣ ਲੱਗੀ, ਆਂਟੀ ਹੁਣ ਰੋਜੀ ਦੀ ਸਿਹਤ ਕਿਵੇਂ ਆ? ਰੋਜੀ ਨੇ ਕਾਲਜ 'ਚ ਅਪਲਾਈ ਕੀਤਾ ਤੇ ਦੱਸਿਆ ਕਿ ਉਹ ਠੀਕ ਨਹੀਂ ਆ, ਇਸ ਲਈ ਉਸ ਨੂੰ 2 ਦਿਨ ਦੀ ਛੁੱਟੀ ਚਾਹੀਦੀ ਆ। ਮੈਂ ਉਸ ਨੂੰ ਦੱਸਿਆ ਕਿ ਰੋਜੀ ਕਾਲਜ ਗਈ ਹੋਈ ਆ, ਉਸਨੇ ਕੋਈ ਅਰਜ਼ੀ ਨਹੀਂ ਦਿੱਤੀ। ਅਸਲ ਵਿੱਚ ਉਹਦੀ ਸਿਹਤ ਵੀ ਬਿਲਕੁਲ ਠੀਕ ਆ। ਉਸਨੇ ਕਿਹਾ, ਨਹੀਂ ਆਂਟੀ ਜੀ, ਉਹ ਅਰਜ਼ੀ ਤੋਂ ਤੁਹਾਡੇ ਦਸਤਕ ਵੀ ਹਨ। ਉਸਨੇ ਮੈਨੂੰ ਦੱਸਿਆ ਕਿ ਕਾਲਜ ਵਿੱਚ ਇਮਤਿਹਾਨ ਚੱਲ ਰਹੇ ਹਨ ਅਤੇ ਉਹ ਸਿਰਫ ਇਮਤਿਹਾਨ ਦੇਣ ਲਈ ਕਾਲਜ ਗਈ ਆ। ਪਰ ਉਸਦੀ ਸਹੇਲੀ ਨੇ ਦੱਸਿਆ ਕਿ ਨਹੀਂ ਆਂਟੀ, ਕਾਲਜ ਵਿੱਚ ਇਮਤਿਹਾਨ ਨਹੀਂ ਚੱਲ ਰਹੇ ਤੇ ਲੰਮੇ ਸਮੇਂ ਤੋਂ ਰੋਜੀ ਕਾਲਜ ਵਿੱਚ ਨਹੀਂ ਆ ਰਹੀ। ਮੈਂ ਬਹੁਤ ਚਿੰਤਾ ਵਿੱਚ ਸੀ ਕਿ ਮੇਰੀ ਧੀ ਕੀ ਕਰ ਰਹੀ ਆ। ਰੋਜੀ ਇਹ ਕਹਿ ਕੇ ਘਰੋਂ ਨਿਕਲ ਜਾਂਦੀ ਸੀ ਕਿ ਉਹ ਕਾਲਜ ਜਾ ਰਹੀ ਆ, ਫਿਰ ਉਹ ਕਾਲਜ ਕਿਉਂ ਨਹੀਂ ਜਾ ਰਹੀ ਸੀ? ਮੈਂ ਉਸਦੀ ਸਹੇਲੀ ਨੂੰ ਕਿਹਾ ਕਿ ਉਹ ਉਸ ਨੂੰ ਨਾ ਦੱਸੇ ਕਿ ਤੁਸੀਂ ਮੇਰੇ ਨਾਲ ਗੱਲ ਕੀਤੀ ਆ ਤੇ ਕਾਲ ਡਿਸਕਨੈਕਟ ਕਰਨ ਤੋਂ ਬਾਅਦ ਮੈਂ ਰੋਜੀ ਦਾ ਮੋਬਾਈਲ ਉਸਦੇ ਕਮਰੇ ਵਿੱਚ ਰੱਖਿਆ। ਸ਼ਾਮ ਨੂੰ ਮੈਂ ਨਵੀਨ ਅਤੇ ਰੋਜੀ ਨੂੰ ਬੁਲਾਇਆ। ਕਮਰੇ ਦਾ ਮਾਹੌਲ ਬਿਲਕੁਲ ਅਦਾਲਤ ਵਰਗਾ ਸੀ। ਮੈਂ ਖੁਦ ਹੀ ਰੋਜੀ ਨੂੰ ਉਸਦੀ ਸਹੇਲੀ ਦੇ ਫੋਨ ਬਾਰੇ ਦੱਸਿਆ ਤੇ ਪੁੱਛਿਆ ਕਿ ਇਹ ਸਭ ਕੀ ਆ? ਤੂੰ ਕਾਲਜ ਦੇ ਬਹਾਨੇ ਕਿੱਥੇ ਜਾ ਰਹੀ ਆ? ਤੇਰੀ ਦੋਸਤ ਦੱਸ ਰਹੀ ਸੀ ਕਿ ਤੂੰ ਲਗਭਗ 5 ਦਿਨਾਂ ਤੋਂ ਕਾਲਜ ਨਹੀਂ ਜਾ ਰਹੀ। ਤੂੰ ਅਰਜ਼ੀ ਵੀ ਦਿੱਤੀ ਆ ਜਿਸ 'ਤੇ ਤੂੰ ਮੇਰੇ ਜਾਅਲੀ ਦਸਤਕ ਕੀਤੇ ਹਨ। ਤੂੰ ਝੂਠ ਬੋਲਣ ਦੀ ਹਿੰਮਤ ਕਿਵੇਂ ਕੀਤੀ? ਤੂੰ ਇਹ ਸਭ ਕੀ ਕਰ ਰਹੀ ਆ? ਨਵੀਨ ਅਤੇ ਰੋਜੀ ਸਿਰ ਝੁਕਾ ਕੇ ਖੜੇ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਉਹਨਾਂ ਦੀ ਚੋਰੀ ਫੜੀ ਗਈ। ਮੈਨੂੰ ਬਹੁਤ ਗੁੱਸਾ ਆਇਆ ਤੇ ਕਿਹਾ ਕਿ ਤੂੰ ਜੋ ਵੀ ਕੀਤਾ ਸੱਚ ਦੱਸ, ਨਹੀਂ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ। ਮੈਂ ਚੰਗੀ ਤਰ੍ਹਾਂ ਜਾਣਦੀ ਸੀ ਕਿ ਮੇਰੇ ਦਿਓਰ ਨੇ ਰੋਜੀ ਦਾ ਸਾਥ ਦਿੱਤਾ। ਮੈਂ ਆਪਣੀ ਧੀ ਨੂੰ ਕਿਹਾ, ਮੈਂ ਤੈਨੂੰ ਪੈਸੇ ਦੇਣਾ ਬੰਦ ਕਰ ਦੇਵਾਂਗੀ ਤੇ ਫਿਰ ਦੇਖਾਂਗੀ ਤੂੰ ਆਪਣਾ ਖਰਚ ਕਿਵੇਂ ਕਰੇਂਗੀ। ਫਿਰ ਅਚਾਨਕ ਰੋਜੀ ਕਹਿਣ ਲੱਗੀ, ਮਾਂ ਮੈਂ ਕੁਝ ਦਿਨਾਂ ਲਈ ਛੁੱਟੀ ਲੈ ਲਈ ਸੀ। ਮੈਂ ਆਪਣੇ ਦੋਸਤਾਂ ਨਾਲ ਫਿਲਮ ਦੇਖਣ ਜਾਂਦੀ ਸੀ। ਚਾਚੇ ਤੋਂ ਇਜਾਜ਼ਤ ਲੈ ਕੇ ਅਸੀਂ ਕੁੜੀਆਂ ਇਕੱਠੀਆਂ ਪਾਰਕ ਵਿੱਚ ਜਾਂਦੀਆਂ ਸੀ। ਮੈਂ ਕਿਹਾ, ਤੈਨੂੰ ਐਤਵਾਰ ਨੂੰ ਬਾਹਰ ਜਾ ਕੇ ਫਿਲਮਾਂ ਦੇਖਣ ਲਈ ਨਹੀਂ ਮਿਲਦਾ? ਨਵੀਨ ਨੇ ਕਿਹਾ, ਭਾਬੀ ਮੇਰਾ ਫਿਲਮ ਦੇਖਣ ਦਾ ਦਿਲ ਕਰ ਰਿਹਾ ਸੀ, ਇਸ ਲਈ ਮੈਂ ਉਸ ਨੂੰ ਕਿਹਾ ਕਾਲਜ ਤੋਂ ਛੁੱਟੀ ਲੈਣ ਲਈ ਅਤੇ ਤੇਰੇ ਨਾਲ ਝੂਠ ਬੋਲਣ ਲਈ। ਮੈਂ ਨਵੀਨ ਨੂੰ ਪੁੱਛਿਆ ਕਿ ਤੂੰ ਇਹ ਕੀ ਕਹਿ ਰਿਹਾ? ਉਸਨੇ ਕਿਹਾ, ਭਾਬੀ ਮੈਨੂੰ ਮਾਫ਼ ਕਰ ਦੇ, ਮੈਂ ਤੇਰੇ ਤੋਂ ਮਾफ़ੀ ਮੰਗਦਾ ਤੇ ਰੋਜੀ ਨੂੰ ਵੀ ਮਾਫ਼ ਕਰ ਦੇ। ਇਸ ਵਿੱਚ ਉਸਦੀ ਕੋਈ ਗਲਤੀ ਨਹੀਂ। ਮੇਰਾ ਦਿਲ ਫਿਲਮ ਦੇਖਣ ਨੂੰ ਕਰਦਾ ਸੀ, ਇਸ ਲਈ ਮੈਂ ਰੋਜੀ ਨੂੰ ਕਾਲਜ ਤੋਂ ਛੁੱਟੀ ਲੈਣ ਲਈ ਕਿਹਾ। ਅਸੀਂ ਇੱਕ ਦਿਨ ਫਿਲਮ ਦੇਖਣ ਗਏ ਤੇ ਦੂਜੇ ਦਿਨ ਪਾਰਕ ਚਲੇ ਗਏ। ਮੈਨੂੰ ਇਹਨਾਂ ਦੋਹਾਂ ਦੇ ਵਿਚਕਾਰ ਬਿਲਕੁਲ ਵੀ ਸਮਝ ਨਹੀਂ ਆ ਰਹੀ ਸੀ। ਪਤਾ ਨਹੀਂ ਇਹ ਲੋਕੀ ਕੀ ਕਹਿ ਰਹੇ ਸੀ। ਮੇਰਾ ਦਿਓਰ ਅਤੇ ਮੇਰੀ ਧੀ ਘਰ ਵਿੱਚ ਹੀ ਇਹੋ ਜਿਹੀਆਂ ਅਜੀਬ ਗੱਲਾਂ ਕਰਦੇ ਰਹਿੰਦੇ। ਹੁਣ ਮੈਂ ਦੋਹਾਂ 'ਤੇ ਪੂਰੀ ਨਜ਼ਰ ਰੱਖਣ ਲੱਗ ਪਈ। ਉਹ ਦੋਨੋਂ ਘਰ ਵਿੱਚ ਹੱਸਣ ਅਤੇ ਮਜ਼ਾਕ ਕਰਨ ਲੱਗੇ ਤੇ ਕਈ ਵਾਰ 2-2 ਘੰਟੇ ਇੱਕ ਦੂਜੇ ਨਾਲ ਬੈਠ ਕੇ ਗੱਲਾਂ ਕਰਦੇ ਰਹਿੰਦੇ। ਚਾਚਾ ਭਤੀਜੀ ਵਿੱਚ ਬਹੁਤ ਪਿਆਰ ਹੋ ਗਿਆ। ਇਹਨਾਂ ਦੋਹਾਂ ਨੂੰ ਇੱਕ ਦੂਜੇ ਤੋਂ ਬਿਨਾਂ ਹੋਰ ਕੋਈ ਨਹੀਂ ਦਿਖਦਾ ਸੀ। ਇਸ ਦੌਰਾਨ ਮੈਂ ਰੋਜੀ ਲਈ ਹੋਰ ਰਿਸ਼ਤੇ ਲੱਭਣੇ ਸ਼ੁਰੂ ਕਰ ਦਿੱਤੇ ਤੇ ਮੈਂ ਆਪਣੇ ਦਿਓਰ ਨੂੰ ਕਿਹਾ ਕਿ ਜੇਕਰ ਹੁਣ ਤੈਨੂੰ ਲੜਕੇ ਵਿੱਚ ਕੋਈ ਕਮੀ ਨਜ਼ਰ ਆਉਂਦੀ ਆ
ਤਾਂ ਮੈਨੂੰ ਦੱਸ, ਲੋਕਾਂ ਦੇ ਸਾਹਮਣੇ ਡਰਾਮਾ ਕਰਨ ਦੀ ਕੋਈ ਲੋੜ ਨਹੀਂ, ਕਿਉਂਕਿ ਤੈਨੂੰ ਇਸ ਬਾਰੇ ਬਹੁਤਾ ਨਹੀਂ ਪਤਾ ਕਿ ਅਜਿਹਾ ਕਰਨ ਨਾਲ ਆਪਣੀ ਹੀ ਬੇਟੀ ਦੀ ਬਦਨਾਮੀ ਹੋਵੇਗੀ। ਇਸ ਲਈ ਤੇਰੀ ਭਤੀਜੀ ਲਈ ਰਿਸ਼ਤੇ ਆਉਣੇ ਵੀ ਬੰਦ ਹੋ ਜਾਣਗੇ। ਇਹ ਸੁਣਨ ਤੋਂ ਬਾਅਦ ਮੇਰੇ ਦਿਓਰ ਨੇ ਬੜੀ ਅਜੀਬ ਗੱਲ ਕਹੀ। ਉਸਨੇ ਕਿਹਾ ਕਿ ਮੇਰੀ ਭਤੀਜੀ ਲਈ ਰਿਸ਼ਤਿਆਂ ਦੀ ਕੋਈ ਕਮੀ ਨਹੀਂ। ਮੈਂ ਨਵੀਨ ਨੂੰ ਕਿਹਾ, ਤੂੰ ਕੀ ਕਹਿਣਾ ਚਾਹੁੰਦਾ? ਤੇਰਾ ਕੀ ਮਤਲਬ ਆ, ਤੈਨੂੰ ਰਿਸ਼ਤਿਆਂ ਦੀ ਲੋੜ ਨਹੀਂ? ਮੇਰਾ ਦਿਓਰ ਕਹਿਣ ਲੱਗਾ ਕਿ ਇਹ ਤਾਂ ਮੇਰੇ ਮੂੰਹੋਂ ਨਿਕਲ ਗਿਆ, ਅਜਿਹੀ ਕੋਈ ਗੱਲ ਨਹੀਂ ਹੈ। ਮੈਂ ਆਪਣੇ ਦਿਓਰ ਅਤੇ ਆਪਣੀ ਧੀ ਤੋਂ ਬਹੁਤ ਪਰੇਸ਼ਾਨ ਸੀ। ਪਤਾ ਨਹੀਂ ਉਹ ਕੀ ਕਰਦੇ ਰਹਿੰਦੇ ਸਨ, ਆਪਣੇ ਮਨ ਵਿੱਚ ਕੀ ਕੀ ਸੋਚਦੇ ਰਹਿੰਦੇ ਸਨ। ਇਹ ਮੇਰੇ ਕਾਰਨ ਹੀ ਸੀ, ਕਿਉਂਕਿ ਮੈਂ ਆਪਣੇ ਦਿਓਰ ਅਤੇ ਆਪਣੀ ਧੀ ਨੂੰ ਬਹੁਤ ਜ਼ਿਆਦਾ ਆਜ਼ਾਦੀ ਦਿੱਤੀ ਸੀ। ਨਵੀਨ ਸਾਰੀ ਰਾਤ ਮੇਰੀ ਧੀ ਦੇ ਕਮਰੇ ਵਿੱਚ ਬੈਠਦਾ ਸੀ। ਪਤਾ ਨਹੀਂ ਇਹਨਾਂ ਵਿੱਚ ਆਪਸ ਵਿੱਚ ਕਿਹੜੀ ਖਿਚੜੀ ਪੱਕ ਰਹੀ ਸੀ। ਇੱਕ ਰਾਤ ਮੈਂ ਰੋਜੀ ਦੇ ਕਮਰੇ ਵਿੱਚ ਪਰਦੇ ਦੇ ਪਿੱਛੇ ਲੁੱਕ ਕੇ ਖੜ ਗਈ। ਕੁਝ ਸਮੇਂ ਬਾਅਦ ਨਵੀਨ ਵੀ ਰੋਜੀ ਦੇ ਕਮਰੇ 'ਚ ਆ ਗਿਆ ਤੇ ਉਹ ਹਨੇਰੇ ਵਿੱਚ ਰੋਜੀ ਦੇ ਨੇੜੇ ਆਇਆ ਤੇ ਪੁੱਛਿਆ, ਕੀ ਹੋਇਆ, ਤੂੰ ਅੱਜ ਇੰਨੀ ਜਲਦੀ ਸੌਂ ਗਈ? ਅੱਜ ਬਹੁਤ ਸਾਰਾ ਕੰਮ ਆ। ਪਰ ਰੋਜੀ ਨੇ ਆਪਣਾ ਮੂੰਹ ਢੱਕਿਆ ਹੋਇਆ ਸੀ ਅਤੇ ਕਮਰੇ ਵਿੱਚ ਹਨੇਰਾ ਸੀ। ਫਿਰ ਮੇਰੇ ਦਿਓਰ ਨੇ ਕਿਹਾ ਕਿ ਸਿਰਫ 24 ਘੰਟੇ ਬਾਕੀ ਹਨ, ਫਿਰ ਸਾਨੂੰ ਕਿਸੇ ਤੋਂ ਡਰਨ ਜਾਂ ਲੁਕਣ ਦੀ ਕੋਈ ਲੋੜ ਨਹੀਂ। ਅਸੀਂ ਜੋ ਵੀ ਕਹਾਂਗੇ ਖੁੱਲ੍ਹ ਕੇ ਕਰਾਂਗੇ ਅਤੇ ਭਾਬੀ ਵੀ ਸਾਨੂੰ ਨਹੀਂ ਰੋਕ ਸਕੇਗੀ। ਅੱਜ ਮੈਂ ਇੰਨਾ ਖੁਸ਼ ਹਾਂ ਕਿ ਮੈਂ ਤੈਨੂੰ ਕੀ ਦੱਸਾਂ। ਮੈਂ ਸੋਚ ਵੀ ਨਹੀਂ ਸਕਦਾ ਕਿ ਅਸੀਂ ਇੰਨੇ ਖੁਸ਼ਕਿਸਮਤ ਹੋ ਸਕਦੇ ਹਾਂ। ਮੈਂ ਵੀ ਆਪਣੇ ਭਵਿੱਖ ਦੇ ਸੁਪਨੇ ਦੇਖ ਰਿਹਾ ਤੇ ਤੂੰ ਦੇਖੀ, ਵਿਆਹ ਤੋਂ ਬਾਅਦ ਸਾਡੀ ਜ਼ਿੰਦਗੀ ਬਹੁਤ ਆਸਾਨ ਅਤੇ ਖੂਬਸੂਰਤ ਬਣ ਜਾਵੇਗੀ। ਵਿਆਹ ਦੀ ਗੱਲ ਸੁਣਦੇ ਸਾਰ ਹੀ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਆਖਰ ਮੇਰਾ ਦਿਓਰ ਕਿਹੋ ਜਿਹੀਆਂ ਗੱਲਾਂ ਕਰ ਰਿਹਾ ਸੀ, ਉਹ ਵੀ ਆਪਣੀ ਧੀ ਵਰਗੀ ਭਤੀਜੀ ਨਾਲ। ਉਸਨੇ ਕਿਹਾ, ਤੂੰ ਆਪਣੇ ਵਿਆਹ ਦੇ ਕੱਪੜਿਆਂ ਦਾ ਇੰਤਜ਼ਾਮ ਕਰ ਲਿਆ ਨਾ? ਅਜਿਹਾ ਨਾ ਹੋਵੇ ਕਿ ਆਖਰੀ ਸਮੇਂ ਤੇ ਤੇਰੀ ਖਰੀਦਦਾਰੀ ਕਰਨ ਦੀ ਜਿੱਦ ਹੋ ਜਾਵੇ। ਮੈਂ ਆਪਣੀ ਖਰੀਦਦਾਰੀ ਕਰਨੀ ਸ਼ੁਰੂ ਕਰ ਦਿੱਤੀ ਆ। ਜਿਵੇਂ ਹੀ ਮੇਰੇ ਦਿਓਰ ਨੇ ਇਹ ਕਿਹਾ ਤਾਂ ਮੈਂ ਹੈਰਾਨ ਹੋ ਕੇ ਮੈਂ ਲਾਈਟ ਔਨ ਕਰ ਦਿੱਤੀ ਤੇ ਆਪਣੇ ਦਿਓਰ ਦੇ ਮੂੰਹ ਤੇ ਥੱਪੜ ਜੜ ਦਿੱਤਾ। ਉਸ ਨੂੰ ਕਹਿਣ ਲੱਗੀ ਕਿ ਤੂੰ ਇਹ ਕਿਹੜੀਆਂ ਘਟੀਆ ਗੱਲਾਂ ਕਰ ਰਿਹਾ? ਤੂੰ ਕਿਸ ਨਾਲ ਵਿਆਹ ਕਰਨਾ ਚਾਹੁੰਦਾ ਏ? ਤੂੰ ਕਿਸ ਦੇ ਵਿਆਹ ਦੇ ਪਹਿਰਾਵੇ ਦੀ ਗੱਲ ਕਰ ਰਿਹਾ? ਨਵੀਨ, ਅੱਜ ਮੈਨੂੰ ਦੱਸ ਪੂਰੀ ਸੱਚਾਈ, ਮੈਂ ਜਾਣਨਾ ਚਾਹੁੰਦੀ ਆ। ਮੇਰਾ ਰੌਲਾ ਸੁਣ ਕੇ ਰੋਜੀ ਵੀ ਜਾਗ ਪਈ ਤੇ ਮੇਰਾ ਹੱਥ ਫੜ ਕੇ ਕਿਹਾ, ਮਾਂ ਚਾਚੇ ਨੂੰ ਨਾ ਮਾਰੋ, ਮੈਂ ਤੁਹਾਨੂੰ ਸਭ ਕੁਝ ਸੱਚ ਦੱਸ ਦੇਵਾਂਗੀ। ਮੈਂ ਆਪਣੀ ਧੀ ਨੂੰ ਚੀਕ ਕੇ ਕਿਹਾ, ਹਾਂ ਦੱਸ, ਤੂੰ ਕੀ ਦੱਸਣਾ ਚਾਹੁੰਦੀ ਆ? ਤੂੰ ਕੀ ਸਮਝਾਉਣਾ ਚਾਹੁੰਦੀ ਆ? ਮੈਂ ਤੈਨੂੰ ਲੋੜ ਤੋਂ ਵੱਧ ਪਿਆਰ ਦਿੱਤਾ ਤੇ ਤੂੰ ਇਸ ਦਾ ਫਾਇਦਾ ਉਠਾਇਆ। ਇਹ ਰਿਸ਼ਤਾ ਸਾਡੇ ਲਈ ਬਹੁਤ ਵਧੀਆ। ਤੇਰਾ ਚਾਚਾ ਤੇਰਾ ਕਿਤੇ ਵੀ ਰਿਸ਼ਤਾ ਨਹੀਂ ਕਰਨ ਦਿੰਦਾ। ਜਦੋਂ ਕੋਈ ਗੱਲ ਹੁੰਦੀ ਆ ਤਾਂ ਤੁਸੀਂ ਘਰੋਂ ਗਾਇਬ ਹੋ ਜਾਂਦੇ ਹੋ। ਹੁਣ ਤੇਰਾ ਚਾਚਾ ਇੱਥੇ ਬੈਠ ਕੇ ਕਿਸ ਤਰ੍ਹਾਂ ਦੀਆਂ ਗੱਲਾਂ ਕਰ ਰਿਹਾ ਸੀ? ਆਖਰ ਇਹ ਸਭ ਕੀ ਹੋ ਰਿਹਾ? ਤੁਸੀਂ ਦੋਵੇਂ ਮੇਰੀ ਸਹੁੰ ਖਾਓ ਤੇ ਮੈਨੂੰ ਦੱਸੋ, ਨਹੀਂ ਤਾਂ ਮੈਂ ਆਪਣੇ ਆਪ ਨੂੰ ਮਾਰ ਲਵਾਂਗੀ। ਮੈਂ ਬਿਲਕੁਲ ਵੀ ਹੋਸ਼ ਵਿੱਚ ਨਹੀਂ ਸੀ। ਮੈਂ ਜੋ ਕੁਝ ਮੇਰੇ ਮੂੰਹੋਂ ਵਿੱਚੋਂ ਆ ਰਿਹਾ ਸੀ ਮੈਂ ਬੋਲੀ ਜਾ ਰਹੀ ਸੀ। ਪਰ ਜਿਵੇਂ ਹੀ ਨਵੀਨ ਅਤੇ ਰੋਜੀ ਨੇ ਮੈਨੂੰ ਕਹਾਣੀ ਸੁਣਾਉਣੀ ਸ਼ੁਰੂ ਕੀਤੀ, ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਸਭ ਤੋਂ ਪਹਿਲਾਂ ਨਵੀਨ ਨੇ ਦੱਸਿਆ ਕਿ ਭਾਬੀ ਸਾਨੂੰ ਮਾਫ਼ ਕਰ ਦੇ, ਸਾਨੂੰ ਇੱਕ ਦੂਜੇ ਨਾਲ ਪਿਆਰ ਹੋ ਗਿਆ ਤੇ ਅਸੀਂ ਵਿਆਹ ਕਰਵਾਉਣਾ ਚਾਹੁੰਦੇ ਹਾਂ। ਜੇ ਅਸੀਂ ਤੁਹਾਨੂੰ ਦੱਸ ਦਿੰਦੇ ਤਾਂ ਤੁਸੀਂ ਪਤਾ ਨਹੀਂ ਕੀ ਕਰਨਾ ਸੀ। ਇਸ ਲਈ ਅਸੀਂ ਵਿਆਹ ਕਰਨ ਦਾ ਫੈਸਲਾ ਕਰ ਲਿਆ ਤੇ ਅਸੀਂ ਕਈ ਘੰਟੇ ਇੱਕ ਦੂਜੇ ਨਾਲ ਬੈਠ ਕੇ ਗੱਲਾਂ ਕਰਦੇ ਰਹਿੰਦੇ ਤੇ ਕੀ ਕਰਨਾ ਚਾਹੀਦਾ ਤੇ ਕਿਵੇਂ ਕਰਨਾ ਚਾਹੀਦਾ। ਮੈਂ ਆਪਣੇ ਅਤੇ ਰੋਜੀ ਦੇ ਵਿਆਹ ਲਈ ਪੈਸੇ ਇਕੱਠੇ ਕਰ ਰਿਹਾ ਹਾਂ। ਇਸ ਲਈ ਅਸੀਂ ਦੋਨਾਂ ਨੇ ਘਰੋਂ ਭੱਜ ਕੇ ਵਿਆਹ ਕਰਨ ਦਾ ਫੈਸਲਾ ਕਰ ਲਿਆ ਕਿ ਅਸੀਂ ਕੋਰਟ ਮੈਰਿਜ ਕਰਾਂਗੇ ਤੇ ਫਿਰ ਹੌਲੀ-ਹੌਲੀ ਤੁਹਾਨੂੰ ਇਸ ਬਾਰੇ ਦੱਸ ਦੇਵਾਂਗੇ। ਭਾਬੀ, ਅਸੀਂ ਪਿਆਰ ਅੱਗੇ ਬੇਵਸ ਹਾਂ। ਅਸੀਂ ਤੁਹਾਨੂੰ ਦੁਖੀ ਨਹੀਂ ਕਰਨਾ ਚਾਹੁੰਦੇ ਸੀ। ਅਸੀਂ ਕੀ ਕਰ ਸਕਦੇ ਹਾਂ? ਕਿਉਂਕਿ ਅਸੀਂ ਪਿਆਰ ਵਿੱਚ ਸੀ, ਇਸ ਲਈ ਅਸੀਂ ਨਹੀਂ ਚਾਹੁੰਦੇ ਕਿ ਤੁਹਾਨੂੰ ਸਾਡੇ ਵਿਆਹ ਬਾਰੇ ਪਤਾ ਲੱਗੇ। ਅਸੀਂ ਇਹ ਗੱਲ ਉਹ ਤੁਹਾਡੇ ਤੋਂ ਉਦੋਂ ਤੱਕ ਗੁਪਤ ਰੱਖਣਾ ਚਾਹੁੰਦੇ ਸੀ ਜਦੋਂ ਤੱਕ ਸਾਡਾ ਵਿਆਹ ਨਹੀਂ ਹੋ ਜਾਂਦਾ। ਇਸ ਲਈ ਅਸੀਂ ਬਹਾਨੇ ਬਣਾਉਂਦੇ ਸੀ। ਮੇਰੀ ਧੀ ਅਤੇ ਦਿਓਰ ਨੇ ਮੇਰੇ ਅੱਗੇ ਹੱਥ ਜੋੜ ਕੇ ਕਿਹਾ ਕਿ ਸਾਨੂੰ ਮਾਫ਼ ਕਰ ਦਿਓ। ਮੈਂ ਤਾਂ ਆਪਣਾ ਸਿਰ ਫੜ ਕੇ ਬੈਠ ਗਈ ਕਿ ਇਹ ਸਭ ਬੋਲ ਕੀ ਰਹੇ ਆ। ਮੇਰੇ ਅੰਦਰ ਸੁਣਨ ਦੀ ਸ਼ਕਤੀ ਹੀ ਨਹੀਂ ਬਚੀ ਸੀ। ਮੈਂ ਆਪਣੀ ਬੇਟੀ ਦੇ ਮੂੰਹੋਂ ਕੀ ਸੁਣ ਰਹੀ ਸੀ? ਇਹ ਸਭ ਮੇਰੀਆਂ ਹੀ ਗਲਤੀਆਂ ਦਾ ਨਤੀਜਾ ਸੀ, ਕਿਉਂਕਿ ਮੈਂ ਹੀ ਉਹਨਾਂ ਦੋਹਾਂ ਨੂੰ ਬਹੁਤ ਖੁੱਲ੍ਹ ਦੇ ਰੱਖੀ ਸੀ, ਜਿਸ ਕਾਰਨ ਉਹਨਾਂ ਨੇ ਮੈਨੂੰ ਮੇਰੀ ਇਸ ਖੁੱਲ੍ਹ ਦਾ ਇਹ ਸਿਲਾ ਦਿੱਤਾ ਸੀ। ਮੈਂ ਉਹਨਾਂ ਨੂੰ ਬਿਨਾਂ ਕੁਝ ਕਹੇ ਕਮਰੇ ਤੋਂ ਬਾਹਰ ਆ ਗਈ ਅਤੇ ਸਾਡੇ ਘਰ ਦਾ ਮਾਹੌਲ ਤਣਾਅਪੂਰਨ ਬਣਿਆ ਰਹਿੰਦਾ। ਅਸੀਂ ਆਪਸ ਵਿੱਚ ਇੱਕ ਦੂਜੇ ਨਾਲ ਗੱਲ ਨਹੀਂ ਕਰਦੇ। ਸੋ ਦੋਸਤੋ, ਤੁਸੀਂ ਹੀ ਦੱਸੋ ਕਿ ਮੈਂ ਇਸ ਵਿੱਚ ਕੀ ਕਰਾਂ? ਮੈਂ ਉਹਨਾਂ ਦੋਹਾਂ ਦਾ ਵਿਆਹ ਕਰਵਾ ਦੇਵਾਂ ਜਾਂ ਉਹਨਾਂ ਨੂੰ ਬਾਹੋਂ ਫੜ ਕੇ ਘਰੋਂ ਕੱਢ ਦੇਵਾਂ? ਇਸ ਵਿੱਚ ਮੈਨੂੰ ਤੁਹਾਡੀ ਰਾਏ ਦੀ ਬਹੁਤ ਜ਼ਰੂਰਤ ਆ। ਸੋ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਦਿਓ।